ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਅਸੀਂ ਟੌਪਿਕ ਡਿਸਕਸ ਕਰ ਰਹੇ ਸੀ 11th ਫਿਜ਼ਿਕਸ ਯੂਨਿਟ 1 ਪ੍ਰੋਜੈਕਟ ਯੂਨਿਟ 2 ਪ੍ਰੋਜੈਕਟਾਈਲ ਫਾਇਰਡ ਪੈਰਲਲ ਟੂ ਹੋਰੀਜ਼ੋਨਟਲ। ਇਹਦੀ ਟ੍ਰੈਜੈਕਟਰੀ ਅਸੀਂ ਲੱਭ ਲਈ ਸੀ। ਸੋ ਅਸੀਂ ਇੱਕ ਪ੍ਰੋਜੈਕਟਾਈਲ ਨੂੰ ਹੋਰੀਜ਼ੋਨਟਲ ਸਾਹਮਣੇ ਸੁੱਟਿਆ ਸੀ, ਐਕਸ ਡਾਇਰੈਕਸ਼ਨ ਵਿੱਚ ਸੁੱਟਿਆ ਸੀ ਯੂ ਸਪੀਡ ਦੇ ਨਾਲ, ਅਤੇ ਉਹ ਆਪਣੇ ਆਪ ਧਰਤੀ ਦੀ ਖਿੱਚ ਦੀ ਵਜ੍ਹਾ ਕਰਕੇ ਉਹ ਇਸ ਰਸਤੇ 'ਤੇ ਡਿੱਗਦਾ ਜ਼ਮੀਨ 'ਤੇ ਡਿੱਗ ਗਿਆ। ਅਸੀਂ ਇੱਕ ਉਚਾਈ 'ਤੇ ਸੀਗੇ, ਉਚਾਈ ਤੋਂ ਕਿਉਂਕਿ ਥੱਲੇ ਨੂੰ ਚੀਜ਼ ਡਿੱਗੀ ਆ, ਅਸੀਂ ਐਕਸ ਅਤੇ ਵਾਈ ਡਾਇਰੈਕਸ਼ਨ ਉਸੇ ਢੰਗ ਨਾਲ ਹੈ, ਐਕਸ ਪੋਜ਼ੀਟਿਵ ਅਤੇ ਥੱਲੇ ਨੂੰ ਆ ਵਾਈ ਨੈਗੇਟਿਵ ਡਾਊਨਵਰਡ। ਸੋ ਇਟ ਇਜ਼ ਨੈਗੇਟਿਵ ਵਾਈ, ਇਸ ਕਰਕੇ ਵਾਈ ਡੈਸ਼ ਲਿਆ ਆਪਾਂ। ਜ਼ਮੀਨ ਆ, ਜ਼ਮੀਨ 'ਤੇ ਚੀਜ਼ ਡਿੱਗੀ। ਅਸੀਂ ਟੀ ਟਾਈਮ ਤੋਂ ਬਾਅਦ ਪੀ ਪੁਆਇੰਟ 'ਤੇ ਪਹੁੰਚੇ ਸੀ, ਜਿੱਥੇ ਕੋਆਰਡੀਨੇਟ ਅਸੀਂ ਐਕਸ ਅਤੇ -y ਲਏ ਸੀ। ਟੀ ਟਾਈਮ ਬੀਤ ਚੁੱਕਾ ਸੀ। ਸੋ ਇੱਥੇ ਅਸੀਂ ਆਪਣੀਆਂ ਜਿਹੜੀਆਂ ਇਕੁਏਸ਼ਨਸ ਹੈਗੀਆਂ ਆ, b = u + at(x) = ut, s = ut ½ at², v² u², ਇਹਨਾਂ ਦਾ ਰਫਲੀ ਇਹਨਾਂ ਨੂੰ ਸਾਈਡ 'ਤੇ ਲਿਖ ਕੇ ਅਸੀਂ ਐਕਸ ਡਾਇਰੈਕਸ਼ਨ 'ਚ ਕੀ ਹੋਇਆ, ਵਾਈ ਡਾਇਰੈਕਸ਼ਨ 'ਚ ਕੀ ਹੋਇਆ, ਉਹਦਾ ਡਾਟਾ ਸਾਰਾ ਅਸੀਂ ਕੈਲਕੂਲੇਟ ਕਰ ਲਿਆ ਕਿ ਯੂ ਐਕਸ ਨੂੰ ਦੀ ਵੈਲਿਊ ਕਿੰਨੀ ਸੀ, ਯੂ ਸੀਗੀ, ਵੀ ਐਕਸ ਸਾਨੂੰ ਪਤਾ ਨਹੀਂ ਹਲੇ, ਅਤੇ ਟੀ ਦੀ ਵੈਲਿਊ ਟੀ ਹੈਗੀ, ਐਕਸ ਦੀ ਵੈਲਿਊ ਅਸੀਂ ਐਕਸ ਹੀ ਲੈ ਰਹੇ ਹਾਂ, ਮੀਨਜ਼ ਐਸ ਦੀ ਵੈਲਿਊ, ਅਤੇ ਏ ਐਕਸ ਜਿਹੜਾ ਹੈਗਾ ਅਸੀਂ ਐਕਸਲਰੇਟ ਉਹਨੂੰ ਕੀਤਾ ਨਹੀਂ ਐਕਸ ਡਾਇਰੈਕਸ਼ਨ 'ਚ। ਇੱਦਾਂ ਹੀ ਵਾਈ ਐਕਸਿਸ ਵਿੱਚ ਅਸੀਂ ਉਹਨੂੰ ਥੱਲੇ ਤਾਂ ਸੁੱਟਿਆ ਨਹੀਂ, ਇਸ ਕਰਕੇ ਯੂ ਵਾਈ ਇਨੀਸ਼ੀਅਲ ਸਪੀਡ 0 ਆ। ਫਾਈਨਲ ਸਪੀਡ ਅਸੀਂ ਲੱਭ ਲਾਂਗੇ ਟਾਈਮ ਟੀ ਤੋਂ ਬਾਅਦ, ਅਤੇ ਵਾਈ ਕਿਉਂਕਿ ਡਾਊਨਵਰਡ ਆ ਉਹ -y ਆ, ਅਤੇ ਐਕਸਲੇਸ਼ਨ ਡਾਊਨਵਰਡ ਆ -g ਆ। ਸੋ ਡਾਊਨਵਰਡ ਡਾਇਰੈਕਸ਼ਨ 'ਚ ਅਸੀਂ ਨੈਗੇਟਿਵ ਲੈਂਦੇ ਹਾਂ, ਅਪਵਰਡ ਡਾਇਰੈਕਸ਼ਨ 'ਚ ਪੋਜ਼ੀਟਿਵ ਲੈਂਦੇ ਹਾਂ, ਧਰਤੀ ਦੀ ਖਿੱਚ ਦੀ ਵਜ੍ਹਾ ਕਰਕੇ। ਸੋ -g ਜਿਹੜਾ ਹੈਗਾ, ਸੋ ਦੈਟ ਇਜ਼ -g 9.8 m/s² ਹੁੰਦਾ, ਕਿਉਂਕਿ ਡਾਊਨਵਰਡ ਆ, ਅਸੀਂ ਇਹਨੂੰ ਨੈਗੇਟਿਵ ਲਿਆ ਸੀ। ਇੱਥੋਂ ਅਸੀਂ ਫਸਟ ਇਕੁਏਸ਼ਨ ਆਫ ਮੋਸ਼ਨ ਜਿਹੜੀ ਸੀ ਉਹ ਯੂਜ਼ ਕੀਤੀ ਸੀ ਐਕਸ ਲਈ ਵੀ ਅਤੇ ਵਾਈ ਲਈ ਵੀ। ਜਦੋਂ ਇਹ ਸਾਰਾ ਡਾਟਾ 'ਚ ਫਿਲ ਕੀਤਾ ਸੀ, ਉੱਥੋਂ ਐਕਸ ਦੀ ਵੈਲਿਊ ਅਤੇ ਵਾਈ ਦੀ ਵੈਲਿਊ ਆ ਕੇ ਉਹਨਾਂ ਨੂੰ ਆਪਸ ਵਿੱਚ ਕੰਬਾਈਨ ਕਰਕੇ ਅਸੀਂ ਟ੍ਰੈਜੈਕਟਰੀ ਜਿਹੜੀ ਸੀਗੀ ਉਹ ਕੈਲਕੂਲੇਟ ਕਰ ਲਈ ਸੀ, ਕਿ ਜਿਹੜੀ ਕਿਉਂਕਿ ਰਿਲੇਸ਼ਨ ਜਿਹੜਾ ਹੈਗਾ y = x² ਆ, y = 4ax² ਟਾਈਪ ਜਿਹੜਾ ਰਿਲੇਸ਼ਨ ਹੁੰਦਾ ਵਾ, ਜਾਂ ਸਮਥਿੰਗ ਕੌਂਸਟੈਂਟ ਯੂ ਕੈਨ ਸੇ y = ਸਮਥਿੰਗ ਕੌਂਸਟੈਂਟ x²। ਸੋ ਇਹਦੀ ਜਿਹੜੇ ਗ੍ਰਾਫ ਬਣਦਾ ਹੁੰਦਾ ਉਹ ਇੱਦਾਂ ਦਾ ਗ੍ਰਾਫ ਬਣਦਾ ਹੁੰਦਾ, ਜਾਂ ਇੱਦਾਂ ਦਾ ਗ੍ਰਾਫ ਬਣਦਾ ਹੁੰਦਾ। ਸੋ ਇਹੋ ਜਿਹਾ ਗ੍ਰਾਫ ਜਿਹੜਾ ਹੁੰਦਾ ਵਾ, ਜਾਂ ਇੱਦਾਂ ਦਾ ਗ੍ਰਾਫ ਜਿਹੜੇ ਹੈਗੇ ਆ, ਇਹਨਾਂ ਨੂੰ ਪੈਰਾਬੋਲਾ ਕਹਿੰਦੇ। x² ਅਤੇ y, ਜਾਂ y² ਅਤੇ x ਹੁੰਦਾ, ਮੀਨਜ਼ one is square, the other is having 1 ਪਾਵਰ। ਸੋ ਇੱਕ ਦੀ ਪਾਵਰ 1 ਇੱਕ ਵੇਰੀਏਬਲ ਦੀ, ਦੂਜੇ ਦਾ ਸਕੇਅਰ ਹੋਵੇ, ਤਾਂ ਉਸ ਵੇਲੇ ਜਿਹੜਾ ਗ੍ਰਾਫ ਆ ਉਹ ਉਹਨਾਂ ਦੀ ਸ਼ਕਲ ਇਹੋ ਜਿਹੀ ਪੈਰਾਬੋਲਾ ਟਾਈਪ ਹੁੰਦੀ ਆ। ਇਹ ਮੈਥਮੈਟਿਕਸ ਦੇ ਵਿੱਚ ਇੱਕ ਗੱਲ ਆਉਂਦੀ ਆ। ਸੋ ਇਸ ਕਰਕੇ ਇੱਥੋਂ ਅਸੀਂ ਦੇਖਿਆ ਕਿ y ਅਤੇ x² ਦਾ ਰਿਲੇਸ਼ਨ ਬਣਿਆ, g ਕੌਂਸਟੈਂਟ ਆ, u ਤਾਂ ਤੁਸੀਂ ਸ਼ੁਰੂ 'ਤੇ ਸੁੱਟ ਉਹ ਕੌਂਸਟੈਂਟ ਹੀ ਆ, ਇਹਦਾ ਮਤਲਬ x² ਅਤੇ y ਦਾ ਰਿਲੇਸ਼ਨ ਬਣਿਆ। ਸੋ ਦੇਅਰਫੋਰ ਟ੍ਰੈਜੈਕਟਰੀ ਇਜ਼ ਏ ਪੈਰਾਬੋਲਾ। ਸੋ ਆਹ ਜਿਹੜਾ ਹੈਗਾ, ਆਹ ਜਿਹੜਾ ਗ੍ਰਾਫ ਆਪਾਂ ਬਣਾਉਂਦੇ ਪਏ ਹਾਂ, ਸੋ ਇਹ ਪੈਰਾਬੋਲਾ ਦਾ ਇੱਕ ਭਾਗ ਬਣਿਆ ਹੈਗਾ। ਮਤਲਬ ਸਾਰਾ ਪੈਰਾਬੋਲਾ ਦਾ ਨਹੀਂ ਤੁਸੀਂ ਕਹਿ ਸਕਦੇ, ਬਟ ਇਟ ਇਜ਼ ਪਾਰਟ ਆਫ ਏ ਪੈਰਾਬੋਲਾ। ਸੋ ਇਹ ਪੈਰਾਬੋਲਾ ਦਾ ਜਿਹੜਾ ਇੱਕ ਪਾਰਟ ਬਣਦਾ ਹੈਗਾ। ਸੋ ਇਸ ਤਰ੍ਹਾਂ ਅਸੀਂ ਟ੍ਰੈਜੈਕਟਰੀ ਜਿਹੜੀ ਸੀਗੀ ਉਹਦਾ ਡਿਸਕਸ਼ਨ ਅਸੀਂ ਆਲਰੇਡੀ ਕਰ ਚੁੱਕੇ ਹਾਂ। ਸੋ ਲੈਟ ਅਸ ਨਾਓ ਕਮ ਟੂ ਦਾ ਨੈਕਸਟ। ਇਹਦੇ 'ਚ ਹੋਰੀਜ਼ੋਨਟਲ ਜਿਹੜਾ ਹੈਗਾ, ਇਹਨੂੰ ਹੁਣ ਅਸੀਂ ਜਿਹੜੀਆਂ ਹੋਰ ਇਕੁਏਸ਼ਨਸ ਆਫ ਮੋਸ਼ਨ ਆ ਉਹਨਾਂ ਨੂੰ ਵੀ ਅਸੀਂ ਯੂਜ਼ ਕਰਦੇ ਹੈਗੇ ਹਾਂ। ਸੋ ਲੈਟ ਅਸ ਸੀ ਕਿ ਜੇ ਅਸੀਂ ਇਹਦੇ ਵਿੱਚ ਸੈਕਿੰਡ ਇਕੁਏਸ਼ਨ ਆਫ ਮੋਸ਼ਨ ਫਸਟ ਇਕੁਏਸ਼ਨ ਆਫ ਮੋਸ਼ਨ ਯੂਜ਼ ਕਰਦੇ ਹਾਂ, ਤਾਂ ਫਿਰ ਸਾਨੂੰ ਕੀ ਲੱਭਦਾ ਹੈਗਾ। ਸੋ ਅਸੀਂ ਜੇ ਫਸਟ ਇਕੁਏਸ਼ਨ ਆਫ ਮੋਸ਼ਨ ਜਿਹੜੀ ਹੈਗੀ ਆ ਉਹਨੂੰ ਇੱਥੇ ਯੂਜ਼ ਕਰ ਲਈਏ। ਸੋ ਫਸਟ ਇਕੁਏਸ਼ਨ ਆਫ ਮੋਸ਼ਨ ਜਿਹੜੀ ਸੀਗੀ, ਸੋ vx = ux + axt। ਸੋ ਅਸੀਂ ਇਹ ਵਾਲੀ ਇਕੁਏਸ਼ਨ ਜਿਹੜੀ ਹੈਗੀ ਇਹਨੂੰ ਯੂਜ਼ ਕਰ ਲੈਂਦੇ ਹਾਂ। ਸੋ ਲੈਟ ਅਸ ਹੈਵ, ਸੋ v = u + at, ਹੈ ਨਾ। ਸੋ ਹੁਣ ਐਕਸ ਡਾਇਰੈਕਸ਼ਨ 'ਚ ਆ ਤਾਂ ਵੀ ਰਾਈਟ vx = ux + axt, ਅਤੇ ਵਾਈ ਡਾਇਰੈਕਸ਼ਨ ਦੇ ਵਿੱਚ ਆਪਾਂ ਲਿਖਾਂਗੇ vy = uy + ayt। ਸੋ ਡਾਟਾ ਸਾਨੂੰ ਪਹਿਲਾਂ ਹੀ ਪਤਾ ਹੈਗਾ, ਸੋ ਵੀ ਨੋ ਦਾ ਡਾਟਾ। ਸੋ ਡਾਟਾ ਵੀ ਨੋ, ਸੋ ਦਿਸ ਇਜ਼ ਦਾ ਡਾਟਾ। ਸੋ u = x u ਐਂਡ vx ਆਪਾਂ ਨੂੰ ਪਤਾ ਨਹੀਂ ਹੈਗਾ, ਟਾਈਮ t ਹੈਗਾ, x ਹੈਗਾ, ax 0 ਐਕਸ ਡਾਇਰੈਕਸ਼ਨ 'ਚ, ਵਾਈ ਡਾਇਰੈਕਸ਼ਨ ਵਿੱਚ vy 0 ਹੈਗਾ, vy ਪਤਾ ਨਹੀਂ ਹੈਗਾ, ਟਾਈਮ ਪਤਾ ਆ y -y ਹੈ, ਅਤੇ ਐਕਸਲੇਸ਼ਨ -g ਹੈਗਾ। ਸੋ ਦਿਸ ਡਾਟਾ ਵੀ ਆਲਰੇਡੀ ਨੋ। ਸੋ ਇਹ ਜਿਹੜਾ ਡਾਟਾ ਹੈਗਾ, ਸੋ ਇਹਨੂੰ ਅਸੀਂ ਯੂਜ਼ ਕਰਕੇ, ਸੋ vx ਜਿਹੜਾ ਹੈਗਾ ਆਪਾਂ ਨੂੰ ਪਤਾ ਨਹੀਂ ਹੈਗਾ ਐਕਸ ਡਾਇਰੈਕਸ਼ਨ 'ਚ ਫਾਈਨਲ, ਅਤੇ ux ਦੀ ਵੈਲਿਊ ਆਪਾਂ ਨੂੰ u ਪਤਾ ਹੈਗੀ ਆ, ax ਆਪਾਂ ਕੋਈ ਦਿੱਤਾ ਨਹੀਂ ਸੀ, ਇਸ ਕਰਕੇ 0 ਆ ਗਿਆ। vy ਸਾਨੂੰ ਪਤਾ ਨਹੀਂ ਹੈਗਾ ਟੀ ਟਾਈਮ ਤੋਂ ਬਾਅਦ ਕੀ ਹੋਇਆ ਹੋਊਗਾ, uy ਅਸੀਂ ਥੱਲੇ ਸੁੱਟਿਆ ਕੋਈ ਨਹੀਂ, ਇਸ ਕਰਕੇ 0 ਆ। ay ਦੀ ਵੈਲਿਊ -g ਹੈਗੀ ਆ, ਅਤੇ t ਜਿਹੜਾ ਹੈਗਾ ਉਹ t ਹੈਗਾ।
ਸੋ ਇੱਥੋਂ ਆਪਣੇ ਕੋਲ VX ਦੀ ਵੈਲਿਊ U ਆ ਗਈ ਅਤੇ VY ਦੀ ਵੈਲਿਊ ਜਿਹੜੀ ਆ ਉਹ -GT ਆ ਗਈ। ਸੋ ਇਹ ਕੰਪੋਨੈਂਟ ਤੁਹਾਡੇ ਕੋਲ ਆ ਗਏ। ਸੋ ਇਹਦਾ ਟੋਟਲ ਵੈਲੋਸਿਟੀ ਜਿਹੜੀ ਹੈਗੀ ਹੈ ਐਕਚੁਅਲੀ P ਪੁਆਇੰਟ ਤੇ ਐਟ ਪੁਆਇੰਟ, ਸਾਰੀ ਗੱਲ ਕਿੱਥੇ ਹੋ ਰਹੀ ਹੈ, ਐਟ ਪੁਆਇੰਟ P। ਵੀ ਆਰ ਐਟ ਪੁਆਇੰਟ P। ਸੋ ਐਟ ਪੁਆਇੰਟ P ਅਸੀਂ ਹੈਗੇ ਆ। ਸੋ P ਪੁਆਇੰਟ 'ਤੇ ਜਿੱਥੇ ਉਹਦੇ ਕੋਆਰਡੀਨੇਟ X ਅਤੇ -Y ਸੀਗੇ ਅਤੇ T ਟਾਈਮ ਬੀਤ ਚੁੱਕਾ ਸੀ, ਉਸ ਜਗ੍ਹਾ ਦੇ ਉੱਪਰ ਉਹਦੀ ਵੈਲੋਸਿਟੀ ਦੀ ਵੈਲਿਊ ਸਾਨੂੰ ਪਤਾ ਕਿ VX² + VY² ਦਾ ਅੰਡਰ ਰੂਟ ਹੁੰਦੀ ਆ। ਸੋ ਇਟ ਵਿਲ ਬਿਕਮ U² + -GT ਦਾ ਸਕੇਅਰ -GT²। ਸੋ ਇੱਥੋਂ ਆਪਣੇ ਕੋਲ V ਦੀ ਵੈਲਿਊ ਜਿਹੜੀ ਹੈਗੀ ਆ U² + G² T² ਆ ਜੂਗੀ। ਸੋ ਇੱਥੋਂ ਸਾਡੇ ਕੋਲ ਜਿਹੜੀ ਉਹਦੀ ਵੈਲੋਸਿਟੀ ਦੀ ਵੈਲਿਊ ਹੈਗੀ ਆ ਉਹ U² + G² T² ਬਣ ਜਾਂਦੀ ਆ। ਸੋ ਇਹ ਆਪਾਂ ਦੇਖਦੇ ਹਾਂ ਕਿ ਉਹਦੀ ਜਿਹੜੀ ਵੈਲੋਸਿਟੀ ਦੀ ਵੈਲਿਊ ਹੈਗੀ ਆ ਉਹ ਆਪਾਂ ਇੱਥੋਂ ਕੈਲਕੂਲੇਟ ਕਰ ਲੈਂਦੇ ਹਾਂ। ਜੇ ਆਪਾਂ ਮੰਨੀਏ ਕਿ ਇਹ ਸਾਰੇ ਰਿਲੇਸ਼ਨ ਦੇ ਵਿੱਚ ਵੀ ਇਹਨੂੰ ਟਾਈਮ ਕਿੰਨਾ ਲੱਗਾ ਹੋਣਾ ਵਾ, ਵੀ ਇਹ ਜਦੋਂ ਜ਼ਮੀਨ 'ਤੇ ਡਿੱਗਿਆ Q ਪੁਆਇੰਟ 'ਤੇ ਡਿੱਗਿਆ ਅਤੇ ਇਹਨੂੰ ਟਾਈਮ ਕਿੰਨਾ ਲੱਗਿਆ ਹੋਊਗਾ। ਸੋ ਜੇ ਅਸੀਂ ਉਹ ਟਾਈਮ ਕੈਲਕੂਲੇਟ ਕਰਨਾ ਹੈਗਾ ਉਹ ਵੀ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਜੇ ਅਸੀਂ ਹੁਣ ਇਹ ਸਾਰੀ ਸਿਚੁਏਸ਼ਨ ਨੂੰ ਹੁਣ ਜ਼ਿਆਦਾ ਡਿਟੇਲ 'ਚ ਨਹੀਂ ਜਾਂਦੇ, ਜਸਟ ਫਾਰਮੂਲੇ 'ਤੇ ਆ ਜਾਂਦੇ ਹਾਂ ਕਿ ਮੰਨ ਲਓ ਕਿ ਅਸੀਂ ਆਹ ਇੱਕ ਹਾਈਟ ਤੋਂ H ਹਾਈਟ ਤੋਂ ਥੱਲੇ ਚੀਜ਼ ਸੁੱਟੀ ਆ ਜਿਹੜੀ ਕਿ ਇਸ ਢੰਗ ਨਾਲ ਥੱਲੇ ਡਿੱਗੀ ਆ, ਠੀਕ ਆ, H ਹਾਈਟ ਤੋਂ। ਸੋ ਇਹ ਇੱਥੇ ਇਸ ਪੁਆਇੰਟ ਤੱਕ ਪਹੁੰਚ ਗਈ, ਇੱਥੋਂ ਲੈ ਕੇ ਇੱਥੇ ਤੱਕ ਪਹੁੰਚ ਗਈ। ਇਹਨੂੰ ਉੱਪਰੋਂ ਥੱਲੇ ਡਿੱਗਣ ਨੂੰ ਕਿੰਨਾ ਟਾਈਮ ਲੱਗਾ ਉਹ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਟੋਟਲ ਡਿਸਟੈਂਸ ਜਿਹੜਾ Y ਦੀ ਵੈਲਿਊ H ਲੈ ਕੇ ਆਪਾਂ ਜਿਹੜਾ ਹੈਗਾ ਜਿਹੜੇ ਸਾਡੇ ਕੋਲ 1 2 3 ਰਿਲੇਸ਼ਨ ਆ ਉਹਨਾਂ 'ਚ ਅਸੀਂ ਰਿਲੇਸ਼ਨ ਦੇ ਢੁਕਵੇਂ ਰਿਲੇਸ਼ਨ ਵਿੱਚ ਜਿਹੜਾ ਕਿ ਸੂਟੇਬਲ ਰਿਲੇਸ਼ਨ ਆ ਉਹ 'ਚ ਅਸੀਂ ਇਹ ਵੈਲਿਊ ਭਰ ਕੇ ਤਾਂ ਅਸੀਂ T ਦੀ ਵੈਲਿਊ ਜਿਹੜੀ ਉਹ ਕੈਲਕੂਲੇਟ ਕਰ ਸਕਦੇ ਹਾਂ। ਤਾਂ H ਦੀ ਵੈਲਿਊ ਅਸੀਂ ਭਰ ਕੇ ਅਤੇ ਉਹਨੂੰ ਮੰਨ ਲਓ ਟੋਟਲ ਟਾਈਮ T ਲੱਗਾ ਹੋਵੇ ਤਾਂ T ਦੀ ਵੈਲਿਊ ਟੋਟਲ T ਲੈ ਲਈਏ ਤਾਂ ਫਿਰ ਅਸੀਂ ਉੱਥੋਂ ਜਿਹੜਾ ਹੈਗਾ ਉਹਦੀ ਵੈਲਿਊ ਕੈਲਕੂਲੇਟ ਕਰ ਸਕਦੇ ਹੁੰਦੇ ਹਾਂ ਕਿ ਵੀ ਕਿੰਨਾ ਟਾਈਮ ਉਹਨੂੰ ਜਿਹੜਾ ਲੱਗਾ। ਸੋ ਅਸੀਂ ਦੇਖਦੇ ਹਾਂ ਕਿ ਜਿਹੜਾ ਟਾਈਮ ਦੀ ਵੈਲਿਊ ਹੈਗੀ ਆ ਜੇ ਉਹ H ਹਾਈਟ ਤੋਂ ਡਿੱਗਿਆ ਹੋਵੇ ਤਾਂ ਟੋਟਲ ਟਾਈਮ ਜਿਹੜਾ ਹੈਗਾ 2H/G ਜਿਹੜਾ ਹੈਗਾ ਉਹਦਾ ਵੈਲਿਊ ਬਣਦੀ ਆ। ਸੋ ਦਿਸ ਇਜ਼ ਹਾਊ ਯੂ ਗੈਟ ਦਿਸ ਰਿਲੇਸ਼ਨ। ਸੋ ਇੱਦਾਂ ਹੀ ਅਸੀਂ ਰੇਂਜ ਕਹਿ ਸਕਦੇ ਹਾਂ ਕਿ ਇੱਥੋਂ ਜਿਹੜੀ ਦੂਰੀ ਹੈਗੀ ਆ ਮੈਕਸੀਮਮ X ਜਿਹੜਾ ਹੈਗਾ, ਮਤਲਬ ਇਹਨੂੰ ਮੈਕਸੀਮਮ X ਨੂੰ ਅਸੀਂ ਰੇਂਜ ਕਹਿੰਦੇ ਹੁੰਦੇ ਹਾਂ, ਫਿਰ ਇਸ ਕਰਕੇ ਇਹਦਾ ਨਾਮ R ਰੱਖ ਦਿੰਦੇ ਹਾਂ ਰੇਂਜ। ਵੀ ਵੱਧ ਤੋਂ ਵੱਧ ਕਿੰਨੀ ਦੂਰ ਜਾ ਕੇ ਜ਼ਮੀਨ 'ਤੇ ਡਿੱਗੂਗੀ ਚੀਜ਼ ਜਿਹੜੀ ਅਸੀਂ ਸਾਹਮਣੇ ਸੁੱਟੀ ਸੀ, ਇੱਧਰ ਨੂੰ ਸੁੱਟੀ ਸੀ U ਸਪੀਡ ਦੇ ਨਾਲ, ਉਹ ਫਿਰ ਜ਼ਮੀਨ ਦੇ ਉੱਤੇ ਇਹ ਵਾਲੇ ਟਾਵਰ ਤੋਂ ਜਾਂ ਇਹ ਵਾਲੀ ਜੋ ਵੀ ਬਿਲਡਿੰਗ ਆ ਜਾਂ ਵਾਟਐਵਰ ਆ ਇਹ ਤੋਂ ਕਿੰਨੀ ਦੂਰ ਜ਼ਮੀਨ 'ਤੇ ਡਿੱਗੂਗੀ ਇਹਦੇ ਫੁੱਟ ਤੋਂ, ਉਹਨੂੰ ਅਸੀਂ ਰੇਂਜ ਕਹਿੰਦੇ ਹਾਂ R। ਸੋ R ਦੀ ਵੈਲਿਊ ਜਿਹੜੀ ਹੈਗੀ ਆ ਦੈਟ ਕਮਜ਼ ਆਊਟ ਟੂ ਬੀ U × 2H/G। ਸੋ 2H/G। ਸੋ ਇਹ ਤਾਂ ਤੁਸੀਂ ਪਹਿਲਾਂ ਹੀ UT X ਦੀ ਵੈਲਿਊ UT ਆਪਾਂ ਕੱਢੀ ਸੀਗੀ ਪਿਛਲੇ ਰਿਲੇਸ਼ਨ ਦੇ ਵਿੱਚ, ਅਸੀਂ ਜੇ ਤੁਹਾਨੂੰ ਯਾਦ ਹੋਣਾ ਤਾਂ ਅਸੀਂ U ਦੀ X ਦੀ ਵੈਲਿਊ ਜਿਹੜੀ ਆ ਉਹ UT ਕੈਲਕੂਲੇਟ ਕਰ ਚੁੱਕੇ ਹਾਂ। ਸੋ T ਦੀ ਵੈਲਿਊ ਜੇ ਹੁਣ ਕੈਪੀਟਲ T ਆ ਗਈ ਤਾਂ ਕੈਪੀਟਲ T ਸਾਨੂੰ ਪਤਾ ਲੱਗ ਜਾਂਦਾ ਵਾ। ਸੋ ਜੇ ਆਲਰੇਡੀ ਸਾਨੂੰ ਕੈਪੀਟਲ T ਪਤਾ ਲੱਗ ਗਿਆ ਤਾਂ U × T ਦੀ ਵੈਲਿਊ R ਨਿਕਲ ਜਾਊਗਾ ਆਪਣੇ ਕੋਲ U × T ਕਰਕੇ। ਸੋ ਇਸ ਤਰ੍ਹਾਂ ਅਸੀਂ ਜਿਹੜੀ ਵੈਲੋਸਿਟੀ ਦੀ ਵੈਲਿਊ ਆ ਉਹ ਅਸੀਂ ਕੱਢ ਕੇ ਤੁਹਾਨੂੰ ਦਿਖਾਈ ਦਿੱਤੀ ਆ। ਅਤੇ ਇੱਥੇ ਜਿਹੜੀ ਡਾਇਰੈਕਸ਼ਨ ਆ ਵੈਲੋਸਿਟੀ ਦੀ ਉਹ ਕੱਢਣ ਲਈ ਅਸੀਂ ਟੇਂਜੈਂਟ ਬੀਟਾ ਕੱਢਾਂਗੇ। ਸੋ ਟੇਂਜੈਂਟ ਬੀਟਾ ਜਿਹੜਾ ਹੁੰਦਾ ਹੈਗਾ ਉਹ ਆਪਣੇ ਕੋਲ VY/VX ਹੁੰਦਾ ਹੈਗਾ। ਸੋ ਦੇਅਰਫੋਰ ਯੂ ਵਿਲ ਗੈਟ ਇਨ ਮੈਗਨੀਚਿਊਡ ਇਟ ਇਜ਼ GT/U। ਸੋ ਜੇ ਮੈਗਨੀਚਿਊਡ ਆਪਾਂ ਲੈ ਲਈਏ ਨੈਗੇਟਿਵ ਇੱਥੇ ਮਿਸ ਕਰ ਦਈਏ। ਸੋ ਟੇਂਜੈਂਟ ਬੀਟਾ ਦੀ ਵੈਲਿਊ ਜਿਹੜੀ ਹੈਗੀ ਆ ਸੋ VY/VX ਬਣਨੀ ਸੀ। ਸੋ ਇਨ ਮੈਗਨੀਚਿਊਡ ਅਸੀਂ GT/U ਲੈ ਸਕਦੇ, ਉੱਥੋਂ ਟੇਂਜੈਂਟ ਬੀਟਾ ਡਾਇਰੈਕਸ਼ਨ ਜਿਹੜੀ ਆ ਉਹ ਵੀ ਪਤਾ ਲਗਾ ਸਕਦੇ ਹਾਂ। ਸੋ ਇਹ ਇੱਕ ਤਰ੍ਹਾਂ ਆਪਣਾ ਜਿਹੜਾ ਹੋਰੀਜ਼ੋਨਟਲ ਪ੍ਰੋਜੈਕਟਾਈਲ ਫਾਇਰ ਕੀਤਾ ਗਿਆ ਉਹਦੇ ਨਾਲ ਸੰਬੰਧਿਤ ਰਿਲੇਸ਼ਨਸ ਜਿਹੜੇ ਹੈਗੇ ਆ ਉਹ ਅਸੀਂ ਕੈਲਕੂਲੇਟ ਕੀਤੇ ਆ। ਅਤੇ ਇਹਨਾਂ ਦੇ ਬੇਸ 'ਤੇ ਤੁਹਾਨੂੰ ਨੂਮੈਰੀਕਲ ਵੀ ਪੁੱਛਿਆ ਜਾ ਸਕਦਾ, ਇਹਦੇ ਬੇਸ 'ਤੇ ਕੁਐਸਚਨ ਵੀ ਪੁੱਛ ਸਕਦੇ ਆ ਕਿ ਸਪੋਜ਼ ਪ੍ਰੋਜੈਕਟਾਈਲ ਦੀ ਜਦੋਂ ਅਸੀਂ ਗੱਲ ਕਰ ਲਈ, ਮੰਨ ਲਓ ਕਿ ਇੱਕ ਬੋਡੀ ਆ ਉਹਨੂੰ ਜਸਟ ਇੱਥੋਂ ਆਹ ਵਾਲੀ ਜਗ੍ਹਾ ਤੋਂ ਮੰਨ ਲਓ ਇੱਕ ਹਾਈਟ ਆ, ਇੱਥੋਂ ਇੱਕ ਜਸਟ ਚੀਜ਼ ਨਾ ਜਸਟ ਡਰੋਪ ਕਰ ਦਿੱਤੀ, ਡਰੋਪ ਮੰਨ ਲਓ ਉਹ ਸਿੱਧੀ ਥੱਲੇ ਡਿੱਗੀ, ਇਹਨੂੰ ਜਸਟ ਛੱਡ ਦਿੱਤਾ, ਰਿਲੀਜ਼ ਕਰ ਦਿੱਤੀ, ਸਿਰਫ ਆਰਾਮ ਨਾਲ ਇੱਥੋਂ ਛੱਡਤਾ। ਅਤੇ ਉਸੇ ਵੇਲੇ ਐਟ ਦਾ ਸੇਮ ਇੰਸਟੈਂਟ ਜਦੋਂ ਟਾਈਮ ਜਿਹੜਾ ਸੀਗਾ ਮੰਨ ਲਓ ਕਿ 12:15:25 ਹੋਏ ਸੀ, ਉਸ ਵੇਲੇ 12:15:25 'ਤੇ ਆਹ ਵਾਲੀ ਚੀਜ਼ ਨੂੰ ਇੱਕ ਹੱਥ ਨਾਲ ਆਪਣੇ ਛੱਡ ਦਿੱਤੀ, ਥੱਲੇ ਡਿੱਗਣ ਲੱਗ ਗਈ, ਅਤੇ ਦੂਜੇ ਹੱਥ ਨਾਲ ਆਪਾਂ ਇੱਕ ਚੀਜ਼ ਨੂੰ ਚੁੱਕ ਕੇ ਜਾਂ ਕਹਿ ਲਓ ਕਿ ਬੰਦੂਕ ਹੈਗੀ ਸਾਡੇ ਕੋਲ, ਅਸੀਂ ਗੋਲੀ ਚਲਾਤੀ। ਸੋ ਉਸੇ ਵੇਲੇ ਸੇਮ ਮੰਨ ਲਓ ਇੱਕ ਗੋਲੀ ਉੱਦਾਂ ਹੀ ਹੱਥ 'ਚ ਫੜ ਕੇ ਥੱਲੇ ਸੁੱਟਤੀ ਅਤੇ ਇੱਕ ਉਹੀ ਵਾਲੀ ਸੇਮ ਤਰ੍ਹਾਂ ਦੀ ਗੋਲੀ ਨੂੰ ਅਸੀਂ ਬੰਦੂਕ ਦੇ ਨਾਲ ਚਲਾਤਾ। ਟਾਈਮ 12:15:25 ਮਤਲਬ ਦੋਨੋਂ ਹੱਥਾਂ ਦਾ ਪ੍ਰਯੋਗ ਕੀਤਾ, ਇੱਕ ਹੱਥ ਨਾਲ ਚੀਜ਼ ਥੱਲੇ ਸੁੱਟਤੀ, ਇੱਕ ਹੱਥ ਨਾਲ ਅਸੀਂ ਫਾਇਰ ਕਰਤੀ ਅਤੇ ਉਹ ਵਾਲੀ ਚੀਜ਼ ਨੂੰ ਅਸੀਂ ਅੱਗੇ U ਸਪੀਡ ਨਾਲ ਅੱਗੇ ਸੁੱਟਤਾ। ਜਦੋਂ ਇਹ ਦੋਨੋਂ ਚੀਜ਼ਾਂ ਜ਼ਮੀਨ 'ਤੇ ਡਿੱਗਣਗੀਆਂ
ਆਹ ਵਾਲੀ ਚੀਜ਼ ਜ਼ਮੀਨ 'ਤੇ ਡਿੱਗੂਗੀ, ਆਹ ਵਾਲੀ ਚੀਜ਼ ਇੱਥੇ ਜਾ ਕੇ ਜ਼ਮੀਨ 'ਤੇ ਡਿੱਗੂਗੀ ਇੱਥੇ। ਕੀ ਇਹ ਦੋਨੋਂ ਚੀਜ਼ਾਂ ਅਲੱਗ-ਅਲੱਗ ਟਾਈਮ 'ਤੇ ਜ਼ਮੀਨ 'ਤੇ ਡਿੱਗਣਗੀਆਂ ਕਿ ਵੱਖਰੇ ਵੱਖਰੇ ਟਾਈਮ 'ਤੇ ਡਿੱਗਣਗੀਆਂ? ਦੋਨਾਂ 'ਚੋਂ ਕਿਹੜੀ ਚੀਜ਼ ਪਹਿਲਾਂ ਜ਼ਮੀਨ 'ਤੇ ਡਿੱਗੂਗੀ? ਜਿਹੜੀ ਆਰਾਮ ਨਾਲ ਇੱਥੋਂ ਛੱਡ ਦਿੱਤੀ ਗਈ ਉਸੇ ਵੇਲੇ 12:15 'ਤੇ, ਉਸੇ ਵੇਲੇ 12:15 'ਤੇ ਇੱਕ ਗੋਲੀ ਚਲਾਈ ਗਈ ਯੂ ਸਪੀਡ ਦੇ ਨਾਲ, ਉਹ ਨਿਕਲੀ ਗੋਲੀ ਅਤੇ ਅੱਗੇ ਨੂੰ ਵੱਧਦੀ ਗਈ ਅਤੇ ਉਹ ਅਸਲ ਵਿੱਚ ਉਹਦਾ ਰਸਤਾ ਸਾਨੂੰ ਪਤਾ ਕਿ ਆਹ ਹੋਣਾ ਸੀਗਾ ਅਤੇ ਉਹ ਜ਼ਮੀਨ 'ਤੇ ਡਿੱਗੀ। ਕੀ ਦੋਨਾਂ ਦਾ ਟਾਈਮ ਜਿਹੜਾ ਹੈਗਾ ਇਹਨੂੰ ਜਸਟ ਉੱਦਾਂ ਹੀ ਛੱਡ ਦਿੱਤੀ, ਜਿਹੜੀ ਹੱਥੋਂ ਫੜ ਕੇ ਛੱਡ ਦਿੱਤੀ, ਬੰਦੂਕ 'ਚੋਂ ਗੋਲੀ ਕੱਢ ਕੇ ਹੱਥ ਦੇ ਨਾਲ ਉੱਦਾਂ ਹੀ ਥੱਲੇ ਸੁੱਟਤੀ, ਇੱਕ ਜਿਹੜੀ ਸੀ ਇਹਨੂੰ ਬੰਦੂਕ ਵਿੱਚ ਚਲਾਤਾ। ਅਤੇ ਕੀ ਇਹ ਦੋਨੋਂ ਜਿਹੜੀਆਂ ਆ ਜ਼ਮੀਨ ਦੇ ਉੱਪਰ ਸੇਮ ਸਮੇਂ 'ਤੇ ਡਿੱਗਣਗੀਆਂ? ਹਾਂਜੀ, ਇਹ ਦੋਨੋਂ ਗੋਲੀਆਂ ਸੇਮ ਸਮੇਂ 'ਤੇ ਜ਼ਮੀਨ 'ਤੇ ਡਿੱਗਣਗੀਆਂ ਕਿਉਂਕਿ ਦੋਨਾਂ ਨੇ ਵਰਟੀਕਲ ਡਿਸਟੈਂਸ ਜਿਹੜਾ ਹੈਗਾ, ਜਿਹੜੀ ਥੱਲੇ ਨੂੰ ਆਹ ਵਾਲੀ ਜਿਹੜੀ ਦੂਰੀ ਟਰੈਵਲ ਕੀਤੀ ਉਹਨੇ ਅਤੇ ਇਹਨੇ, ਦੋਨਾਂ ਨੇ ਸੇਮ ਦੂਰੀ ਟਰੈਵਲ ਕੀਤੀ, ਇਹਨੇ ਵੀ ਇਹਨੂੰ ਵੀ ਓਨਾ ਹੀ ਟਾਈਮ ਲੱਗਣਾ ਥੱਲੇ ਡਿੱਗਣ ਨੂੰ, ਇਹਨਾਂ ਵੀ ਓਨਾ ਹੀ ਟਾਈਮ ਲੱਗਣਾ। ਸੋ ਇੱਕ ਟੈਕਨੀਕਲ ਕੁਐਸਚਨ ਬਣ ਜਾਂਦਾ ਹੁੰਦਾ ਜਿਸ 'ਚ ਅਸੀਂ ਕਨਫਿਊਜ਼ ਹੋ ਸਕਦੇ ਹੁੰਦੇ ਹਾਂ। ਸੋ ਇਹ ਗੱਲ ਦਾ ਧਿਆਨ ਰੱਖਣਾ ਕਿ ਪ੍ਰੋਜੈਕਟਾਈਲ ਦੇ ਵਿੱਚ ਜਿੱਦਾਂ ਹੁਣ ਇੱਥੇ ਵੀ ਉਹ ਕੁਐਸਚਨ ਕੀ ਪੁੱਛਦੇ ਆ ਕਿ ਇੱਕ ਬਾਂਦਰ ਹੈਗਾ ਵਾ, ਉਹ ਉੱਥੇ ਬ੍ਰਿਕਸ਼ ਦੀ ਟਹਿਣੀ 'ਤੇ ਲਟਕਦਾ ਪਿਆ ਸੀਗਾ ਅਤੇ ਜਿਹੜਾ ਜਦੋਂ ਇੱਥੇ ਮੰਨ ਲਓ ਇੱਥੇ ਆ ਅਤੇ ਇੱਥੇ ਕੋਈ ਬੰਦਾ ਖੜ੍ਹਾ, ਉਹਨੇ ਨਿਸ਼ਾਨਾ ਮਾਰਿਆ, ਇਹਦੇ ਬੱਟਾ ਮਾਰਿਆ, ਗਲੇਲ ਚਲਾਤੀ। ਗਲੇਲ ਨੂੰ ਕੈਟਾਪੁਲਟ ਕਹਿੰਦੇ ਆ, ਕੈਟ ਮੰਨ ਲਓ ਗਲੇਲ ਚਲਾਈ, ਬੱਟਾ ਮਾਰਿਆ, ਜਿੱਦਾਂ ਸ਼ਰਾਰਤ ਕਰਦੇ ਆ ਕਈ। ਸੋ ਜਦੋਂ ਜਿੱਦਾਂ ਹੀ ਉਹਨੇ ਇਹਦੀ ਬਿਲਕੁਲ ਸੇਧ, ਕਿਉਂਕਿ ਉਹ ਇੰਨਾ ਪੱਕਾ ਨਿਸ਼ਾਨਚੀ ਨਹੀਂ ਸੀ, ਉਹਨੂੰ ਫਿਜ਼ਿਕਸ ਨਹੀਂ ਸੀ ਆਉਂਦੀ, ਉਹਨੇ ਇਹਦੀ ਸੇਧ ਬਣਾ ਕੇ ਕੈਟਾਪੁਲਟ ਚਲਾਤੀ ਜਾਂ ਬੱਟਾ ਮਾਰਿਆ। ਅਤੇ ਅਸਲ ਵਿੱਚ ਸਾਨੂੰ ਪਤਾ ਕਿ ਇਹ ਸਿੱਧਾ ਨਹੀਂ ਜਾਣਾ, ਇਹ ਇੱਦਾਂ ਜਾਂਦੇ ਇਹਨੇ ਥੱਲੇ ਡਿੱਗਣਾ ਸ਼ੁਰੂ ਹੋ ਜਾਣਾ। ਅਸਲ 'ਚ ਜਿਹੜਾ ਬੱਟਾ ਇਹ ਵਾਲੇ ਬੰਦੇ ਨੇ ਇੱਥੋਂ ਖੜ੍ਹ ਕੇ ਮਾਰਿਆ, ਆਹ ਵਾਲੇ ਬੰਦੇ ਨੇ ਇੱਥੋਂ ਜੋ ਵੀ ਕੀਤਾ ਹੈਗਾ, ਬੱਟਾ ਸੁੱਟਿਆ ਜਾਂ ਵਾਟਐਵਰ ਹੈਪਨ, ਉਹਨੇ ਤਾਂ ਸੇਧ ਬਣਾਈ ਵੀ ਇੱਥੇ ਆ ਇੱਕ ਜਾਨਵਰ ਬੈਠਾ ਤਾਂ ਇਹਦੇ ਅਸੀਂ ਬੱਟਾ ਮਾਰੀਏ, ਉਹਨੇ ਸੇਧ ਉਹਦੀ ਬਣਾਈ ਬਿਲਕੁਲ। ਪਰ ਕਿਉਂਕਿ ਜ਼ਮੀਨ ਖਿੱਚਦੀ ਆ, ਜਿੱਦਾਂ ਬੱਟਾ ਅੱਗੇ ਵੱਧਦਾ ਜਾਣਾ ਉੱਦਾਂ ਇਹ ਥੱਲੇ ਡਿੱਗਦਾ ਜਾਣਾ ਅਤੇ ਅਸਲ ਵਿੱਚ ਇਹ ਬੱਟਾ ਜਿਹੜਾ ਇਸ ਜਗ੍ਹਾ 'ਤੇ ਆ ਕੇ ਟਕਰਾਊਗਾ, ਇੱਥੇ ਨਹੀਂ ਵੱਜੂਗਾ। ਪਰ ਬਾਂਦਰ ਡਰ ਗਿਆ, ਇੱਥੇ ਜਿਹੜਾ ਸੀਗਾ ਉਹ ਵੀ ਡਰ ਗਿਆ, ਉਹਨੇ ਉੱਦਾਂ ਹੀ ਟਹਿਣੀ ਛੱਡਤੀ। ਜਿੱਦਾਂ ਹੀ ਉਹਨੇ ਟਹਿਣੀ ਛੱਡੀ ਉਹ ਵੀ ਇੱਥੇ ਡਿੱਗੂਗਾ ਉਨੀ ਦੇਰ 'ਚ, ਠੀਕ ਆ ਨਾ, ਕਿਉਂਕਿ ਜਿੰਨੀ ਦੇਰ 'ਚ ਇਹ ਇੱਥੋਂ ਸੇਧ 'ਚ ਥੱਲੇ ਡਿੱਗਿਆ ਉਨੀ ਦੇਰ 'ਚ ਬਾਂਦਰ ਥੱਲੇ ਡਿੱਗੂਗਾ। ਅਤੇ ਅਸਲ ਵਿੱਚ ਜੇ ਬਾਂਦਰ ਇੱਥੇ ਲਟਕਦਾ ਰਹਿੰਦਾ ਉਹਦੇ ਬੱਟਾ ਨਹੀਂ ਸੀ ਵੱਜਣਾ, ਉਹਨੇ ਛੱਡਤੀ ਟਹਿਣੀ, ਉਹ ਵੀ ਫਰੀ ਫਾਲ ਕਰਦਾ ਪਿਆ ਅਤੇ ਆਹ ਬੱਟਾ ਜਿਹੜਾ ਸੀਗਾ ਉਹਦੇ ਹੁਣ ਵੱਜ ਜਾਣਾ ਹੈ। ਸੋ ਇੱਦਾਂ ਦੇ ਕੁਐਸਚਨ ਜਿਹੜੇ ਆ ਤੁਹਾਨੂੰ ਪੁੱਛੇ ਜਾ ਸਕਦੇ ਆ ਕਿ ਤੁਸੀਂ ਸੇਧ ਵਿੱਚ ਜੇ ਇੱਦਾਂ ਨਿਸ਼ਾਨਾ ਲਾਉਂਦੇ ਆ ਤਾਂ ਅਸਲ 'ਚ ਸੇਧ ਵਿੱਚ ਨਹੀਂ ਹੁੰਦਾ, ਉਹ ਥੋੜ੍ਹਾ ਜਿਹਾ ਥੱਲੇ ਡਿੱਗ ਜਾਂਦੀ ਆ ਜਿਹੜੀ ਗੋਲੀ ਜਾਂ ਬੱਟਾ ਜੋ ਵੀ ਆ। ਤਾਂ ਜੇ ਜਾਨਵਰ ਜਿਹੜਾ ਹੈਗਾ ਡਰ ਦੇ ਮਾਰੇ ਵੀ ਮੈਨੂੰ ਬੱਟਾ ਵੱਜਣ ਲੱਗਾ, ਇਹਨੇ ਡਰ ਦੇ ਮਾਰੇ ਟਹਿਣੀ ਛੱਡ ਕੇ ਫਰੀ ਫਾਲ ਕਰਤਾ, ਥੱਲੇ ਛਾਲ ਮਾਰਤੀ ਉਸੇ ਵੇਲੇ, ਜਿੱਦਾਂ ਤੁਸੀਂ ਬੱਟਾ ਮਾਰਿਆ ਉੱਦਾਂ ਹੀ ਉਹਨੇ, ਤਾਂ ਫਿਰ ਦੋਨੋਂ ਸੇਮ ਟਾਈਮ 'ਤੇ ਇੱਥੇ ਪਹੁੰਚਣਗੇ ਅਤੇ ਉਹਦੇ ਅਸਲ ਵਿੱਚ ਬੱਟਾ ਵੱਜ ਜਾਊਗਾ। ਜੇ ਇਹ ਬਾਂਦਰ ਜਾਂ ਜਾਨਵਰ ਇੱਥੇ ਬੈਠਾ ਰਹਿੰਦਾ, ਤੁਸੀਂ ਇਹਦੇ ਬੱਟਾ ਮਾਰਨਾ ਸੀ, ਤੁਸੀਂ ਥੋੜ੍ਹਾ ਜਿਹਾ ਇੱਥੇ ਬੱਟਾ ਮਾਰਨਾ ਸੀ ਇੱਦਾਂ ਉਚਾਈ 'ਤੇ, ਤਾਂ ਕਿ ਇਹ ਘੁੰਮਦਾ ਥੋੜ੍ਹਾ ਉਚਾਈ 'ਤੇ ਮਾਰਨਾ ਸੀ, ਤਾਂ ਕਿ ਇਸ ਢੰਗ ਨਾਲ ਥੋੜ੍ਹਾ ਥੱਲੇ ਆ ਕੇ ਉਹਦੇ ਵੱਜਦਾ। ਸੋ ਇਹ ਕੁਛ ਪ੍ਰੋਜੈਕਟਾਈਲ ਦੀਆਂ ਗੱਲਾਂ ਹੈਗੀਆਂ ਜਿਹੜੀਆਂ ਆਪਾਂ ਧਿਆਨ ਦੇਣੀਆਂ ਆ। ਸੋ ਥੈਂਕ ਯੂ।